बिल्लाहि मिनश शैतानिर रजीम बिस्मिल्लाहिर रहमानिर रहीम। ਤੁਸੀਂ ਵੇਖ ਰਹੇ ਜੀ ਸਾਡਾ ਪ੍ਰੋਗਰਾਮ ਸ਼ੁਗਲ ਦਾ ਸ਼ੁਗਲ ਤੇ ਗੱਲ ਦੀ ਗੱਲ। ਸਾਡਾ ਪ੍ਰੋਗਰਾਮ ਦਾ ਨਾਂ ਰੱਖਣ ਦਾ ਮਕਸਦ ਇਹ ਸੀ, ਉਹ ਚੌਧਰੀ ਸ਼ਜਾਦ ਸਾਹਿਬ ਦੇ ਕੋਲੋਂ ਕਿਸੇ ਨੇ ਪੁੱਛਿਆ ਵੀ ਜਦੋਂ ਤੁਸੀਂ ਇਹ ਰੈਸਕਿਊ 1122 ਬਣਾਈ ਤੇ ਤੁਸੀਂ ਇਹ ਕਿਉਂ ਇਹਦਾ ਨਾਂ ਕਿੱਥੋਂ ਤੁਸੀਂ ਲੱਭਿਆ ਸੀ, ਤੇ ਉਹਨਾਂ ਨੇ ਕੋਈ ਜਵਾਬ ਦਿੱਤਾ ਵੀ ਕੱਲਾ ਕੱਲਾ ਤੇ ਦੋ ਦੋ ਤਾਂ ਅਸੀਂ ਰੱਖਿਆ ਸੀ 1122। ਸਾਡਾ ਪ੍ਰੋਗਰਾਮ ਹੈਗਾ ਸ਼ੁਗਲ ਦੇ ਸ਼ੁਗਲ ਤੇ ਗੱਲ ਦੀ ਗੱਲ। ਅਸੀਂ ਸ਼ੁਗਲ ਸ਼ੁਗਲ 'ਚ ਤੁਹਾਡੇ ਨਾਲ ਗੱਲ ਕਰਕੇ ਨਾ ਤੇ ਗੱਲ ਸਮਝਾਣੀ ਹੁੰਦੀ ਹੈ, ਤੇ ਪ੍ਰੋਗਰਾਮ ਵੇਖੋ ਤੇ ਉਸ ਵਿੱਚ ਗੱਲ ਸਮਝਣ ਦੀ ਕੋਸ਼ਿਸ਼ ਕੀਤਾ ਕਰੋ, ਤੁਹਾਡੀ ਬੜੀ ਮਿਹਰਬਾਨੀ। ਅੱਜ ਕੱਲ ਇੱਕ ਬੜਾ ਅਜੀਬ ਸੂਰਤ ਹਾਲ ਹੈ ਵੀ ਬੜੀ ਸਰਦੀ ਬੜੀ ਠੰਡ, ਉਹ ਕਹਿੰਦੇ ਨਾ ਜਾੜੇ ਦੀ ਠੰਡ ਪੈਂਦੀ ਪਈ ਹੈ ਹਰ ਪਾਸੇ, ਤੇ ਹਸਪਤਾਲਾਂ 'ਚ ਇੰਨਾ ਰਸ਼ ਆ ਵੀ ਮਰੀਜ਼ ਤੇ ਮਰੀਜ਼ ਹੋ ਗਏ, ਜਿਹੜੇ ਉਹਨਾਂ ਨੂੰ ਲਵਾਇਕੀਨ ਨਾਲ ਆਉਂਦੇ ਨੇ, ਜਿਹੜੇ ਉਹਦੇ ਵਾਰਸ ਨਾਲ ਆਉਂਦੇ ਨੇ, ਬਾਬੇ ਬੂਬੇ ਵੀ ਆ ਜਾਂਦੇ, ਕਈਆਂ ਧੋਤੀਆਂ ਵਿਚਾਰੀਆਂ ਵਧੀਆ ਹੁੰਦੀਆਂ, ਪਤਲੀਆਂ ਪਤਲੀਆਂ ਧੋਤੀਆਂ ਵਧੀਆ ਹੁੰਦੀਆਂ, ਉਹ ਵੀ ਆ ਕੇ ਨਾਲ ਹਸਪਤਾਲੇ ਬਹਿ ਜਾਂਦੇ, ਤੇ ਉਹ ਮਜਬੂਰ ਹੁੰਦੇ ਆ, ਚਲੋ ਜੀ ਉਹਨਾਂ ਦਾ ਕੋਈ ਜੀ ਅੰਦਰ ਪਿਆ ਹੁੰਦਾ, ਤੇ ਉਹ ਬਸ ਸਰਦੀ ਤੜਫਣ ਡਏ ਹੁੰਦੇ ਆ। ਉਸ ਹਵਾਲੇ ਨਾਲ ਅਸੀਂ ਚਾਹੁੰਦੇ ਹਾਂ ਵੀ ਕੋਈ ਗੱਲ ਵੀ ਹੋਵੇ, ਸ਼ੋਲੇ ਵੀ ਲੱਗੇ ਤੇ ਗੱਲ ਵੀ ਹੋ ਜਾਵੇ। ਅਮੀਨ ਭਾਈ, ਤੁਸੀਂ ਇਹ ਦੱਸੋ ਵੀ ਇਹ ਤੁਸੀਂ ਹਾਲਤ ਵੇਖੀ ਹੋਣੀ ਹਸਪਤਾਲਾਂ 'ਚ, ਇਹਦਾ ਕੋਈ ਸਦੇਬਾਬ ਵੀ ਹੈ ਤੁਹਾਡੇ ਜ਼ਿਹਨ 'ਚ? बिल्कुल जी है। पहले तो नाजरीन नूं सारी तरफों बहुत बड़ा प्यार है जी कि सानू लाइक करते हैं, पसंद करते हैं कि असीं उन्हां नूं शुगर दा शुगर ते गल दी गल प्रोग्राम दे विच उन्हां नूं असीं कोई ना कोई गल उन्हां दे नाल शेयर करते रहंदे। यकीन भी गल तुहाडी बड़ी अच्छी है भी हॉस्पिटलों के हवाले नाल। मैं तकरीबन 2 दिन तो हॉस्पिटल जा रहा, मेरे कोई दोस्त ने उन्होंने कोई ऑपरेशन ने उत्थे ते हौली फैमिली, तो उन्होंने को मैं अक्सर ही लंघदा टपदा भी चक्कर शक्कर ला लीदा, उत्थे भी मरीज़ का पता कर लीदा। तो उत्थे जी सूरत हाल में देखी है ना जी कि रश बहुत ज़्यादा है, सर्दी इतनी है कि घर बैठे सर्दी लग रही है। वो तो फिर एक ग्राउंड है खुले आम बरांडियां च लोग बैठे हुए हैं, पार्कों च लोग बैठे हुए हैं, तो उन्होंने ये चाहिए है भी या तो जेडे अंदर एक मरीज़ तो है ही है, उन्हें नाल एक उन्हें तो आना ही आना भी उन्हें देखभाल वास्ते ਜਿਹੜੇ ਐਕਸਟਰਾ ਜਿਹੜੇ ਆ ਜਾਂਦੇ ਨੇ ਨਾ ਜਾਂ 2 3 4 ਮਾਸੀਆਂ ਫੁੱਫੀਆਂ ਤਾਏ ਚਾਚੇ, ਉਹਨਾਂ ਨੂੰ ਤੇ ਭਾਜੀ ਉਹਨਾਂ ਦਾ ਵੀ ਤਾਂ ਖੂਨ ਹੁੰਦਾ ਨਾ, ਉਹਨਾਂ ਨੂੰ ਤੇ ਦੁੱਖ ਲੱਗਦਾ ਨਾ। ਗੱਲ ਤੁਹਾਡੀ ਬਜਾ ਹੈ, ਤੁਹਾਡੇ ਪਿੱਛੇ ਕੋਈ ਆਂਦਾ ਨਹੀਂ ਤੇ ਤੁਸੀਂ ਕੀ ਕਹੋ, ਬਾਕੀ ਸਾਰੇ ਹੁੰਦੇ ਜਿਹੜੇ ਛੱਡ ਜਾਣ। ਗੱਲ ਸੁਣੋ ਨਾ ਜੀ, ਬਿਲਕੁਲ ਆਉਣਾ ਚਾਹੀਦਾ ਹੈ, ਮਗਰ ਵੇਖੋ ਕੋਈ ਟਾਈਮ ਟੇਬਲ ਹੁੰਦਾ ਹਰ ਚੀਜ਼ ਦਾ। ਹੁਣ ਉਹ ਉਸ ਟਾਈਮ 'ਤੇ ਸ਼ਰੀਫ ਲੈ ਕੇ ਆਉਂਦੇ ਨੇ ਜਿਸ ਟਾਈਮ ਡਾਕਟਰ ਦਾ ਰੌਣ ਹੁੰਦਾ ਹੈ, ਜਿਸ ਟਾਈਮ ਡਾਕਟਰ ਦੀ ਜਿਹੜੀ ਇੰਤਜ਼ਾਮੀਆ ਉਹਨਾਂ ਨੂੰ ਰੋਕਦੀ ਜਾਂ ਮਨਾ ਕਰਦੀ, ਉਹ ਡਾਕਟਰ ਦੇ ਵੀ ਗੱਲ ਪੈਂਦੇ ਨੇ, ਇੰਤਜ਼ਾਮੀਆ ਦੇ ਵੀ ਗੱਲ ਪੈਂਦੇ ਨੇ। ਫਿਰ ਕਹਿੰਦੇ ਨੇ ਜੀ ਸਾਡੀ ਗੌਰਮੈਂਟ ਸਾਰੇ ਹਸਪਤਾਲ ਜੀ ਕੋਈ ਕੁਛ ਪ੍ਰਤੀਤ ਨਹੀਂ। ਹੁਣ ਇੱਕ ਬੰਦੇ ਨੂੰ ਪੁੱਛਣ ਜਾਂ ਪੂਰੇ ਟੱਬਰ ਨੂੰ ਪੁੱਛਣ, ਜਿਹੜੇ ਨਾਲ ਤੰਦਰੁਸਤ ਨੇ ਉਹ ਵੀ ਆਏ ਹੋਏ। ਉਹ ਯਾਰ ਆਪਣਾ ਡੰਗ ਉਹਨਾਂ ਨੇ ਕੋਈ ਟਪਾਣਾ ਹੁੰਦਾ, ਉਹ ਚਲੋ ਡੰਗ ਦੀ ਰੋਟੀ ਲੱਭ ਲਓ ਉੱਥੇ ਜਾ ਕੇ। ਮੈਂ ਤਾਂ ਇਹ ਕਹਾਂਗਾ ਜੀ, ਵੇਖੋ ਜਿਹੜਾ ਮਰੀਜ਼ ਪਿਆ ਜੇ ਘਰੋਂ ਲੈ ਕੇ ਆਉਂਦਾ ਨਾ ਤੇ ਘਰ ਕੁਛ ਦੱਸ ਲੈਂਦੇ। ਹਸਪੀਟਲ ਤੇ ਇੱਕ ਉਹਨੇ ਕਫਾਲਤ ਵਾਸਤੇ ਬਣਿਆ ਨਾ ਜੀ, ਉਹਦੀ ਸਿਹਤ ਵਾਸਤੇ। ਸ਼ਾਹ ਹੋਰਾਂ ਕੋਲੋਂ ਪੁੱਛਦੇ ਆ ਵੀ ਇਹ ਸੈयद ਬਾਦਸ਼ਾਹ ਨੇ ਤੇ ਸ਼ਾਹ ਜੀ ਤੁਸੀਂ ਕੋਈ ਟੇਵਾ ਲਾਓ ਬਈ, ਇਸ ਦਾ ਕੋਈ ਹੱਲ ਹੈ ਸਾਡੇ ਕੋਲ ਕਿ ਨਹੀਂ? ਸ਼ਾਹ ਸਾਹਿਬ ਦੇ ਖੋਖਸ਼ੋ ਕੀ ਮਾਰਾ ਸਾਡੇ ਪਾਕਿਸਤਾਨ ਦੇ ਹਸਪਤਾਲਾਂ ਦੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਫੂਕਾਂ ਨਾਲ ਹੀ ਨਿਜ਼ਾਮ ਚੱਲਦੇ ਨੇ। ਅਗਰ ਫੂਕਾਂ ਨਾ ਹੁੰਦੀਆਂ ਨਾ ਤੇ ਇਹ ਜਨਾਬ ਧਰਤੀ ਜਿਹੜੀ ਏਡੀ ਸੋਹਣੀ ਤੇ ਮਨਮੋਹਣੀ ਧਰਤੀ ਪਾਕਿਸਤਾਨ ਦੀ, ਸੋਹਣੀ ਧਰਤੀ ਪਾਕਿਸਤਾਨ ਜ਼ਿੰਦਾਬਾਦ, ਇਹ ਉਹਦੇ ਦੁਆਵਾਂ ਦੇ ਮਾਮਲਾ ਨਾਲ ਚੱਲਦੇ। ਵਰਨਾ ਜਿੰਨੇ ਆਏ ਨੇ ਇੱਥੇ ਖਾਣ ਹੀ ਆਏ ਨੇ, ਬਾਬੇ ਕਾਏ ਤੋਂ ਬਾਅਦ ਜਿੰਨੇ ਆਏ ਖਾਧੇ ਖਾਧਾ, ਲੁੱਟਿਆ ਲੁੱਟ ਲੁੱਟ ਕੇ ਥੱਕ ਗਏ ਨੇ। ਮੁਲਕ ਅਲਹਮਦੁਲਿਲਾ ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁल्लाह ਦੀ ਬੁਨਿਆਦ ਤੇ ਬਣਿਆ, ਤੇ ਇਨਸ਼ਾਅੱਲਾ ਕਿਆਮਤ ਤੱਕ ਕਾਇਮ ਦਾਇਮ ਇਨਸ਼ਾਅੱਲਾ ਹੈ। ਤੇ ਇਹ ਹਸਪੀਟਲ ਦਾ ਜਿਹੜਾ ਤੁਸੀਂ ਰੋਣਾ ਰੋ ਰਹੇ ਹੋ ਭਾਈ ਮੀਰ ਸਾਹਿਬ ਜੀ ਜੀ ਸ਼ਕੀਫਾਨ ਸਾਹਿਬ ਤੇ ਸਾਡੇ ਮੁਹਤਰਮ ਨੇ, ਇਹ ਤੇ ਜਨਾਬ ਇਹਨਾਂ ਦਾ ਵੀ ਫਰਮਾਨ ਹੀ ਕਹਿ ਸਕਦੇ ਹਾਂ। ਤੇ ਇਹ ਵਾਕਈ ਜਿਹੜਾ ਤਰੀਕਾਕਾਰ ਠੀਕ ਨੇ ਲੋਕਾਂ ਦਾ, ਬਿਮਾਰ ਇੱਕ ਨਾਲ ਇੱਕ ਅਟੈਂਡੈਂਟ ਠੀਕ ਹੈ, ਤੇ ਜਿਹੜੇ 6 ਤੇ 7 ਆ ਜਾਂਦੇ ਨੇ ਜਨਾਬ ਰੋਟੀਆਂ ਲੈ ਕੇ ਪਕਾ ਕੇ, ਤੇ ਜਨਾਬ ਨਾਲ ਲੱਸੀ ਦੇ ਨਾਲ ਜਨਾਬ ਮੱਖਣ, ਤੇ ਉਹ 6 7 ਫਿਰ ਜਦੋਂ ਡਾਕਟਰ ਸਾਹਿਬ ਰਾਉਂਡ ਕਰਦੇ ਨੇ ਤੇ ਉਹ ਫਿਰ ਕਹਿੰਦੇ ਨੇ ਸਪੈਸ਼ਲ ਕਿ ਨਿਕਲੋ ਫਲਾਨ ਕਰੋ ਟੀਮ ਕਰੋ। ਜ਼ਾਹਿਰ ਹੈ ਇੱਥੇ ਮਰੀਜ਼ਾਂ ਦਾ ਪੂਰਾ ਬੈੱਡ 30 ਠੀਕ ਹੈ ਨਾ, 30 ਬੰਦਿਆਂ ਨਾਲ 6 ਬੰਦੇ ਆਣ ਤੇ ਉਹ ਤੇ ਫਿਰ ਮਰੀਜ਼ ਵੀ ਬਹੁਤ ਹੈਗੇ ਨੇ, ਬੜੀ ਦੁਨੀਆ ਅੰਦਰ ਬਿਮਾਰ ਪਈ ਹੈ। ਮਤਲਬ ਕੋਈ ਇਸ ਦਾ ਕੋਈ ਹੱਲ ਨਹੀਂ ਨਿਕਲਦਾ ਪਿਆ ਹੈ ਗਵਰਨਮੈਂਟ ਦੇ ਕੋਲੋਂ। ਮਲਕ ਸਾਹਿਬ ਨਸ਼ੀਰ ਸਾਹਿਬ, ਇਹ ਗੱਲ ਹੋਰ ਵੀ ਹੈ ਕਿ ਕੁਝ ਫੈਮਲੀਆਂ ਐਸੀਆਂ ਨੇ ਕਿ ਜਿਨ੍ਹਾਂ ਦੇ ਆਪ ਤੱਕ ਤਲਾਕ ਵੀ ਨਾ ਘਰ ਪੁੱਛਣ ਵਾਸਤੇ ਨਹੀਂ ਜਾਂਦੇ ਮਰੀਜ਼ ਨੂੰ,
ਉਹ ਕਹਿੰਦੇ ਨੇ ਚਲੋ ਅਸੀਂ ਬਾਹਰੋਂ ਪੁੱਛ ਕੇ ਤੇ ਨਿਕਲ ਜਾਣਗੇ। ਉਹ ਤੇ ਪਾ ਆਂਦੇ ਇਸ ਆ ਤਰ੍ਹਾਂ ਨਾ, ਦੇ ਲੋਕ ਵੀ ਉਹ ਤੇ ਹੈ, ਰਸਮਨ ਆਂਦੇ ਹੱਥ ਮਿਲਾ ਤੇ ਟੁਰ ਗਏ। ਤੁਰ ਗਏ। ਉੱਥੇ ਕਈ ਲੋਕਾਂ ਨੇ ਪੱਕਾ ਕੈਂਪ ਲਾਇਆ ਹੁੰਦਾ, ਬੈਠੇ ਹੁੰਦੇ ਨੇ ਆਪਣੀ ਅੰਜ ਬਗੜ ਕੇ ਰੋਟੀ ਇੱਧਰ ਪਈ, ਛੋਲੇ ਪੱਕੇ ਉੱਧਰ ਪਏ, ਨਾਲ ਅੰਡਾ ਵੀ ਲੈ ਆਇਆ ਨਹੀਂ, ਉੱਥੇ ਰੌਲਾ ਬੜਾ ਬਣਾਇਆ ਹੁੰਦਾ, ਖਾਣ ਨਾਲ ਮਰਜ਼ੀ ਨਾਲ ਲੋਕਾਂ। ਮੈਂ ਕਹਿੰਦਾ ਜੀ ਗੱਲ ਇਸ ਤਰ੍ਹਾਂ ਹੈ ਵੀ ਡਾਕਟਰ ਨੂੰ ਮਰੀਜ਼ ਭੁੱਲ ਜਾਂਦਾ ਤੇ ਆਵਾਮ ਵੱਲ ਤਵੱਜੋ ਹੋ ਜਾਂਦੀ ਡਾਕਟਰ ਦੀ, ਵੀ ਮੈਂ ਮਰੀਜ਼ ਵੇਖਾਂ ਜਾਂ ਮੈਂ ਆਵਾਮ ਨੂੰ ਵੇਖਾਂ। ਜਿਹੜੇ ਗੇਟਕੀਪਰ ਨੇ ਉਹ ਤਾਂ ਵਿਚਾਰੇ ਲੜਦੇ ਨੇ, ਕਿਸੇ ਕੋਲੋਂ ਮਾੜੀ ਚੰਗੀ ਗੱਲ ਸੁਣਦੇ ਵੀ ਨਹੀਂ, ਉਹਨਾਂ ਨੂੰ ਸਮਝਾਉਂਦੇ ਵੀ ਉਹਨਾਂ ਦੀ ਕੋਸ਼ਿਸ਼ ਹੈ। ਤੇ ਜਿਹੜੇ ਆਉਣ ਵਾਲੇ ਲੋਕ ਨੇ ਉਹ ਕਹਿੰਦੇ ਜੀ ਆ ਜਿਹੜਾ ਗੇਟਕੀਪਰ ਜਿਹੜਾ ਖਲੋਤਾ ਨਹੀਂ, ਜੇ ਬੰਦਾ ਨਹੀਂ ਸਹੀ ਹੈਗਾ, ਜਿਹਨੂੰ ਉਹ ਲੰਘਾ ਦਿੰਦਾ ਉਹਦੇ ਆਸਤੇ ਤਾਂ ਠੀਕ ਹੈ, ਤੇ ਜਿਹਨੂੰ ਉਹ ਰੋਕ ਲੈਂਦਾ ਉਹਦੇ ਆਸਤੇ ਬੁਰਾ ਹੋ ਜਾਂਦਾ। ਹਾਂਜੀ ਬਿਲਕੁਲ ਨਾਜ਼ਰੀਨ, ਗੱਲ ਤੁਸੀਂ ਦੋਨਾਂ ਸਿਆਣਿਆਂ ਦੀਆਂ ਸੁਣੀਆਂ। ਗੱਲ ਇਹ ਆ ਵੀ ਪਾਕਿਸਤਾਨ ਦੀ ਆਬਾਦੀ ਦਿਨ ਬ ਦਿਨ ਬਹੁਤ ਤੇਜ਼ੀ ਨਾਲ ਵੱਧਦੀ ਪਈ। ਉਹ ਇੱਕ ਵਜ਼ੀਰ ਸਾਹਿਬ ਸਨ ਸਾਡੇ, ਉਹਨਾਂ ਕੋਲੋਂ ਕਿਸੇ ਨੇ ਪੁੱਛਿਆ ਵੀ ਤੁਸੀਂ ਬਹਿਬੂਦ ਆਬਾਦੀ ਦੇ ਵਜ਼ੀਰ ਲੱਗੇ ਹੋ ਤੇ ਦੱਸੋ ਕੋਈ ਤੁਹਾਡੇ ਕੋਲ ਕੋਈ ਫਾਰਮੂਲਾ ਹੈ ਵੀ ਆਬਾਦੀ ਘੱਟ ਹੋ ਜਾਏ। ਉਹਨਾਂ ਬੜਾ ਸੋਹਣਾ ਜਵਾਬ ਦਿੱਤਾ ਸੀ। ਉਹਨਾਂ ਆਖਿਆ ਜੀ ਅਮੀਰਾਂ ਦੇ ਤੇ ਬੱਚੇ ਹੁੰਦੇ ਆ ਥੋੜੇ, ਕਿਉਂਕਿ ਉਹ ਪ੍ਰਾਪਰਟੀ ਤਕਸੀਮ ਨਹੀਂ ਚਾਹੁੰਦੇ ਹੈ। ਗਰੀਬ ਦੇ ਪੱਲੇ ਕੁਛ ਨਹੀਂ ਹੁੰਦਾ, ਉਹ ਕਹਿੰਦੇ ਚਲੋ ਬਾਲ ਹੀ ਜੰਮ ਲਓ, ਕੋਈ 8-10 ਹੋ ਜਾਣਗੇ, ਆਪ ਹੀ ਕਮਾਉਣਗੇ, ਅਸੀਂ ਵੀ ਖਾਵਾਂਗੇ। ਵਜ੍ਹਾ ਇਹ ਕਿ ਗਰੀਬ ਦੇ ਘਰ ਦੀ ਜਿਹੜੀ ਸ਼ਰ੍ਹਾ ਪੈਦਾਇਸ਼ ਨਾ ਗੁਰਬਤ ਦੀ ਉਹ ਬਹੁਤੀ ਹੈ। ਉਹਨਾਂ ਕੋਲ ਸ਼ੁਗਰ ਮਿਲੇ, ਮਾਪੇ ਕੋਲ ਇੱਕੋ ਹੀ ਹੁੰਦਾ ਚਲ ਬਾਲ ਹੀ ਜੰਮ ਲਓ। ਹੁਣ ਮਾਮਲਾ ਇਹ ਆ ਵੀ ਇਹ ਗਰੀਬ ਦੀ ਫਿਰ ਸ਼ਾਦੀ ਤੇ ਪਾਬੰਦੀ ਲਾ ਦਈਏ ਤਾਂ ਕਿ ਗਰੀਬ ਜੰਮਣੇ ਬੰਦ ਹੋ ਜਾਣ, ਕਿਉਂਕਿ ਗਰੀਬਾਂ ਨਾਲ ਵੀ ਹਸਪਤਾਲ ਭਰੇ ਪਏ ਸਰਕਾਰੀ। ਜਿਹੜਾ ਬੰਦਾ ਅਮੀਰ ਆਦਮੀ ਹੈ ਉਹਨੂੰ ਕੀ ਲੱਗੇ ਹੋਲੀ ਫੈਮਿਲੀ ਜਾਣ ਦਾ ਜਾਂ ਕਿਸੇ ਸਰਕਾਰੀ ਹਸਪਤਾਲ ਜਾਣ ਦਾ, ਉਹ ਤੇ ਜਾਂਦਾ मैं जी फलां अस्पताल में जा रहा हूँ, मैं शेख ज़ैद जा रहा हूँ, जो फलां पे जा रहा हूँ, मैं शिफा में जा रहा हूँ। ਉਹਨਾਂ ਦੀ ਤੇ ਗੱਲ ਵੱਖਰੀ ਹੋ ਗਈ। ਉਹਨਾਂ ਦੇ ਤੇ ਉਹ ਕਹਿੰਦੇ ਨਾ, ਉਹ ਕਹਿੰਦੇ ਸਾਡੀ ਫੁੱਫੋ ਏਡੀ ਅਮੀਰ ਆ, ਉਹ ਜਦੋਂ ਵੀ ਗੱਲ ਕਰਦੀ ਕਹਿੰਦੀ ਸਾਡੇ ਬਾਲ ਤੇ ਪੱਗ ਵੀ ਪੀਲੇ ਰੰਗ ਦੇ ਮਾਰਦੇ। ਯਾਨੀ ਉਹਨਾਂ ਦੀਆਂ ਗੱਲਾਂ ਹੀ ਅਜੀਬ ਜਿਹੀਆਂ ਹੁੰਦੀਆਂ ਅਮੀਰਾਂ ਦੀਆਂ। ਤੇ ਜਿਹੜਾ ਗਰੀਬ ਹੁੰਦਾ ਨਾ ਉਹ ਵਿਚਾਰੇ ਦਾ ਇਹ ਮਸਲਾ ਹੁੰਦਾ। ਮਸਲਾ ਇਹ ਹੈ ਵੀ ਅਗਰ ਗਰੀਬ ਦੇ ਬਾਲ ਜ਼ਿਆਦਾ ਹੁੰਦੇ ਆ ਤੇ ਗਰੀਬਾਂ ਨੂੰ ਵੀ ਥੋੜਾ ਜਿਹਾ ਸ਼ਊਰ ਹੋਣਾ ਚਾਹੀਦਾ ਵੀ ਜਿਹੜਾ ਅੱਗੇ ਪਿਆ ਉਹ ਵੀ ਗਰੀਬ ਹੈ, ਬਿਮਾਰ, ਉਹਦਾ ਇਲਾਜ ਮਾਲ ਜੈਸੇ ਪਤਾ ਨਹੀਂ ਉਹਨੇ ਕੱਟਾ ਵੇਚਿਆ, ਕੁੱਤਾ ਵੇਚਿਆ, ਕੀ ਵੇਚਿਆ, ਉਹ ਜਾ ਕੇ ਉਹਦਾ ਇਲਾਜ ਕਰਾਉਂਦੇ ਪਏ ਹੁੰਦੇ ਆ। ਉੱਥੇ ਪਿੱਛੇ ਟੱਬਰ ਆ ਜਾਂਦਾ ਜਨਾਬ ਲਈ ਉਹਨਾਂ ਦੀ ਖਬਰ ਲੈਣਾ ਸੀ। ਅੱਛੀ ਗੱਲ ਆ, ਖਬਰ ਲੈਣੀ ਚਾਹੀਦੀ ਹੈ ਕਿਉਂਕਿ ਇਨਸਾਨੀਅਤ ਹੈ ਨਾ, ਇੱਕ ਦੂਜੇ ਦੁੱਖ ਦਰਦ ਹੁੰਦਾ। ਲੇਕਿਨ ਏਡੀ ਵੀ ਖਬਰ ਨਾ ਲਓ ਕਿ ਅਗਲਾ ਬੇਖਬਰ ਹੋ ਜਾਵੇ, ਉਹ ਕਹੇ ਠੀਕ ਹੈ ਯਾਰ ਜੇ ਮੈਂ ਸਵੇਰੇ ਮਨਜ ਮੈਂ ਹੁਣ ਹੀ ਮਰ ਜਾ, ਮੇਰੇ ਖਰਚਾ ਪਿੱਛੇ ਪਤਾ ਨਹੀਂ ਕਿਸ ਤਰ੍ਹਾਂ ਹੁੰਦਾ ਪਿਆ ਹੈਗਾ। ਫਿਰ ਹਸਪਤਾਲਾਂ ਦੇ ਵਿੱਚ ਇਹ ਹਕੀਕਤ ਆ ਵੀ ਹਸਪਤਾਲਾਂ ਦੇ ਵਿੱਚ ਰਸ਼ ਬਹੁਤ ਜ਼ਿਆਦਾ ਆਬਾਦੀ ਦੀ ਵਜ੍ਹਾ ਤੋਂ ਆ, ਤੇ ਜਿਹੜੇ ਪਿੱਛੇ ਆਂਦੇ ਲਵਾਏ ਕਿ ਉਹ ਬਾਹਰ ਬਿਛਾਉਂਦੇ ਕੰਬਲ ਤੇ ਚਟਾਈਆਂ ਵਿਛਾ ਕੇ ਬੈਠੇ ਹੁੰਦੇ ਜਨਾਬ ਲਈ। ਕਦੀ ਰੋਟੀ ਦਾ ਟਾਈਮ ਜਾਓ ਨਾ ਉੱਥੇ ਤੇ ਐਡੇ ਉਹਨਾਂ ਨੇ ਜਨਾਬ ਥਰਮੋਸ ਖੋਲੇ ਹੁੰਦੇ ਚਾਹ ਦੇ, ਉਹ ਸਾਰੇ ਪੀ ਕੇ ਜਾਂਦੇ ਆ। ਤੇ ਇਹ ਮਾਮਲਾ ਇੱਥੇ ਹੀ ਨਹੀਂ ਖਤਮ ਹੋਣਾ ਚਾਹੀਦਾ, ਇਹ ਮਾਮਲਾ ਸ਼ਾਦੀਆਂ ਵਿਆਹਾਂ ਤੇ ਵੀ ਖਤਮ ਹੋਣਾ ਚਾਹੀਦਾ। ਸ਼ਾਦੀ ਵਿਆਹ ਤੇ ਵੀ ਉਸ ਹਿਸਾਬ ਨਾਲ ਤੁਸੀਂ ਕਿਸੇ ਤੇ ਬੋਝ ਬਣੋ, ਜਿਹੜਾ ਤੁਸੀਂ ਮਤਲਬ ਇਹ ਨਹੀਂ ਹੈ ਕਿ ਹੁਣ ਉੱਥੇ ਜਾ ਕੇ ਜਿਵੇਂ ਭਾਮੀਨ ਜਾਂਦਾ ਕਿਸੇ ਪਾਸੇ, ਉਹ 2 ਦਿਨ ਪਹਿਲੇ ਰੋਟੀ ਖਾਣੀ ਛੱਡ ਦਿਓ ਕਿ ਜਾਂ ਉੱਥੇ ਜਾ ਕੇ ਲੰਮ ਲਾਣੀ ਤੇ ਲਿਫਾਫੇ ਚੋਂ ਨਿਕਲਦਾ 200 ਰੁਪਈਆ ਨਹੀਂ। ਉਹ ਜਾਓ ਉੱਥੇ ਕੋਈ ਕਦਾ ਜੀ ਜਾਓ, ਧੀ ਵਾਲੇ ਦੇ ਘਰ ਖਸੂਸੀ ਤੌਰ ਤੇ ਸ਼ਫਕਤ ਕਰੋ, ਉਹਨਾਂ ਨੂੰ ਉਹਨਾਂ ਦੀ ਸਪੋਰਟ ਕਰੋ। ਤੇ ਮਰੀਜ਼ ਜਿਹੜਾ ਬਿਮਾਰ ਹੈ ਉਹਦੇ ਕੋਲ ਵੀ ਜਾਓ, ਤੇ ਬਜਾਏ ਜੇ ਕਿ ਖਾਣ ਪੀਣ ਜਾਓ ਤੇ ਜਾਓ, ਅਗਰ ਜਾਣਾ ਵੀ ਆ ਖਬਰ ਲੈਣੀ ਹੈ ਖਬਰ ਲਓ ਤੇ ਉਹਦੀ ਕੁਛ ਹੈਲਪ ਕਰੋ, ਕੋਈ ਪੈਸੇ ਥੋੜ੍ਹੇ ਜਿਹੇ ਦੇ ਦਿਓ, ਉਹ ਦਵਾਈ ਠੰਡਾਈ ਲੈ ਲਵੇ ਬਜਾਏ ਦੇ ਕਿ ਉੱਥੇ ਜਾ ਕੇ ਬਹਿ ਕੇ ਜੇ ਇੱਕ ਨੂੰ ਵੇਖ ਲਵੇ ਨਾ, ਉਹ ਚਾਚਾ ਆਇਆ ਨਾ ਤੇ ਮਾਮਾ ਅੱਗੇ ਖਾਣ ਦਿਆ ਸੀ, ਉਹ ਮਾਮੇ ਨੂੰ ਚੰਗਾ ਚੋਖਾ ਲੱਭ ਜਾਂਦਾ। ਚਾਚੇ ਵਿਚਾਰੇ ਸ਼ੁਰੂ ਤੋਂ ਹੀ ਬਦਨਾਮ ਹੁੰਦੇ। ਉਹ ਜਦੋਂ ਮਾਮਾ ਖਾਂਦਾ ਪੈਂਦਾ ਉਹਨਾਂ ਨੇ ਜੀ ਅੰਡਾ ਚਨੇ ਤੇ ਚਾਚਾ ਉਹ ਤੋਂ ਆ ਜਾਂਦਾ ਤੇ ਚਾਚੇ ਨੂੰ ਉਹ ਬੁਲਾ ਕੇ ਹਾਂ ਚਾਚਾ ਕੁਛ ਖਾਣੀ ਉਹ ਉੱਥੇ ਹੀ ਛੱਡ ਜਾਂਦਾ ਵੀ ਇਹ ਉਹਨੂੰ ਖਵਾਉਂਦੇ ਪਏ ਮੈਨੂੰ ਪੁੱਛਣ ਡਏ ਆ। ਇਹ ਗੱਲਾਂ ਛੱਡ ਦਿਓ। ਉਹ ਮਰੀਜ਼ ਵਿਚਾਰਾ ਅੱਗੇ ਮਰਿਆ ਪਿਆ, ਉਹਦੇ ਵਾਰਸ ਅੱਗੇ ਮਰੇ ਪਿਆ, ਉਹਦੇ ਖਰਚੇ ਕਰ ਕਰਕੇ ਤੇ ਇਹ ਜ਼ਿੱਦਾਂ ਲਾਣੀਆਂ ਤੇ ਇਹ ਗੱਲਾਂ ਕਰਨੀਆਂ ਕਿ ਉਹ ਅਸੀਂ ਗਏ ਤੇ ਉਹਨੂੰ ਤਾਂ ਜੂਸ ਪਿਲਾਇਆ, ਮੈਨੂੰ ਫੋਕਾ ਪਾਣੀ ਵੀ ਨਹੀਂ ਪੁੱਛਿਆ। ਇਹ ਗੱਲਾਂ ਮੁਕਾਓ ਤੇ ਅੱਲਾ ਦਾ ਵਾਸਤਾ ਜੇ ਜਦੋਂ ਕੋਈ ਬਿਮਾਰ ਹੋਵੇ ਬਜਾਏ ਬੋਝ ਬਣਨ ਦੇ ਉਹਦੇ ਵਾਸਤੇ ਤੁਸੀਂ ਰਹਿਮਤ ਬਣੋ, ਪਿੱਛੇ ਜਾਓ ਜ਼ਰੂਰ ਜੇ ਜਾਣਾ ਹੈ। ਲੇਕਿਨ ਵਕਤ ਦੇ ਵਕਤ ਗਏ ਖਬਰ ਲਈ ਤੇ ਵਾਪਸ ਆ ਗਏ, ਉੱਥੇ ਡੇਰੇ ਲਾਣ ਨਾਲ ਬਿਮਾਰ ਹੋ ਜਾਓਗੇ, ਬੜੀ ਸਰਦੀ ਆ, ਮਰ ਜਾਓ ਕੋਈ ਠਿਠਰ ਕੇ ਤੇ ਉਹਨਾਂ ਡਾਕਟਰ ਦੀ ਮੌਜ ਲੱਗ ਜਾਣੀ ਹੈ। ਇੱਕ ਜਿਹੜਾ ਅੱਗੇ ਬਿਮਾਰ ਪਿਆ ਉਹ ਤੋਂ 4 ਜੀ ਹੋਰ ਜਾ ਕੇ ਬਿਮਾਰ ਹੋ ਜਾਣਗੇ। ਇਸ ਵਾਸਤੇ ਮਿਹਰਬਾਨੀ ਕਰੋ, ਥੋੜਾ ਜਿਹਾ ਹਸਪਤਾਲਾਂ ਤੇ ਬੋਝ ਕੰਮ ਕਰੋ ਤੇ ਅਮਲੇ ਨਾਲ ਤਾਵਨ ਕੀਤਾ ਕਰੋ, ਕਿਉਂਕਿ ਉਹ ਸਾਡੇ ਵਾਸਤੇ ਸਾਡੀ ਖਿਦਮਤ ਵਾਸਤੇ ਭਰਤੀ ਕੀਤੇ ਗਏ। ਕਿਉਂ ਜੀ ਭਾਜੀ ਮੈਂ ਠੀਕ ਕਹਿ ਰਿਹਾ ਜੀ? ਇਸ ਤਰ੍ਹਾਂ ਜੀ ਸ਼ਕੀਰ ਸਾਹਿਬ ਮੇਰੇ ਦਿਨ 'ਚ ਇੱਕ ਹੋਰ ਗੱਲ ਆ ਗਈ ਹੈ ਕਿ ਅਗਰ ਜਿਹੜੀ ਰਿਸ਼ਤੇਦਾਰ ਜਾਂ ਬਰਾਜ ਦੇ ਲੋਕ ਪਿੱਛੇ ਜਾਂਦੇ ਨੇ ਨਾ, ਉਹਨਾਂ ਦੀਆਂ ਵੀ ਕੁਝ ਐਸੀਆਂ ਮਜਬੂਰੀਆਂ ਇਸ ਤਰ੍ਹਾਂ ਹੁੰਦੀਆਂ ਨੇ ਕਿ ਜਿਹੜੇ ਘਰ ਵਾਲੇ ਨੇ ਉਹ ਕਹਿੰਦੇ ਨੇ ਜੀ ਸਾਡਾ ਮਰੀਜ਼ ਚਾਚਾ ਮਾਮਾ ਤਾਇਆ ਜੀ ਅੱਜ ਮਹੀਨਾ ਹੋ ਗਿਆ ਜੀ ਹਸਪਤਾਲ ਗਿਆ ਪਿਆ ਹੈ ਤੇ ਪਿੱਛੇ ਕੋਈ ਸਾਡੇ ਰਿਸ਼ਤੇਦਾਰ ਬਣਿਆ ਨਹੀਂ। ਭਾਜੀ ਮੈਂ ਵੀ ਗੱਲ ਕਰ ਰਿਹਾ ਵੀ ਇਹ ਬੜੇ ਅਜੀਬ ਹੀ ਸਾਡਾ ਨਾ ਮੂੰਹ ਰੱਖਣ ਵਾਸਤੇ, ਮੂੰਹ ਰੱਖਣ ਦਾ ਬਸ ਅਸੀਂ ਕਦਰਾਂ ਜਿਹੜੀਆਂ ਸਾਡੀਆਂ ਕਦਰਾਂ ਵੀ ਐ ਨੇ ਕਿ ਜਨਾਬ ਇੱਕ ਕਹਿੰਦੇ ਨੇ ਜੀ ਅਸੀਂ ਪਿੱਛੇ ਰਹਿ ਜੀ। ਬਿਲਕੁਲ ਮੂੰਹ ਤੇ ਵਹਾਈ ਨਾ, ਮੂੰਹ ਵਹਾਈ ਵਾਸਤੇ ਜਾਣਾ ਵੇ ਉਂਝ ਭਾਵੇਂ ਕਿਸੇ ਦਾ ਪੁੱਛਣਾ ਨਹੀਂ, ਆਮ ਹਾਲਾਤ 'ਚ ਇਹ ਨਹੀਂ ਪੁੱਛਣਾ ਕਿ ਜਨਾਬ ਤੁਹਾਡੇ ਕੋਲ ਘਰ ਖਾਣਾ ਹੈ ਵੇ,
ਬਿਲਕੁਲ, ਹੈਲਪ ਬਿਲਕੁਲ। ਹੈ ਵੀ ਬਿਲਕੁਲ ਗਰੀਬ ਬੰਦੇ ਨਾਲ ਨਹੀਂ ਖਿਆਲ ਕਰਨਾ, ਜਦੋਂ ਬਿਮਾਰ ਹੋਣਾ ਤੂੰ ਮੂੰਹ ਹਾਈ ਮੂੰਹ ਵੀ ਉਹ ਖੋਲ੍ਹੋ, ਟਾਈਮ ਬਿਲਕੁਲ। ਆਈਂਦਾ ਕਿ ਅੱਗੇ ਬੰਦਾ ਪਰੇਸ਼ਾਨ ਹੈ ਤੇ ਜਨਾਬ ਨਾਲ ਮੂੰਹ ਹਾਈ ਤੇ ਉਹਦਾ ਅਗਲਾ ਵੀ ਪਰੇਸ਼ਾਨ ਕਿ ਜਨਾਬ ਆ ਗਿਆ ਕੁਝ ਪਿਆਣਾ ਤੇ ਹੈ ਵੀ ਖਿਲਾਣਾ ਤੇ ਹੈ ਵੀ। ਅਸੀਂ ਇੱਕ ਪ੍ਰੋਗਰਾਮ ਨਾਜ਼ਰੀਨ ਨੂੰ ਹੋਰ ਕਰਾਂਗੇ, ਪ੍ਰੋਗਰਾਮ ਲੰਬਾ ਹੋ ਚੱਲਿਆ ਤੇ ਇਨਸ਼ਾਅੱਲਾ ਨਾ ਕੋਸ਼ਿਸ਼ ਕਰਾਂਗੇ ਕਿ ਅਸੀਂ ਲੋਕਾਂ ਨੂੰ ਇਹ ਗੱਲ ਦਾ ਤੇ ਨਾ ਕਾਇਲ ਕਰੀਏ, ਉਹਨਾਂ ਨੂੰ ਸਮਝਾਈਏ ਕਿ ਭਾਜੀ ਇਹ ਜਿਹੜਾ ਹੈ ਨਾ ਦਿਖਾਵਾ ਛੋੜ ਦਿਓ ਤੇ ਹਕੀਕਤ ਵਿੱਚ ਆਓ। ਅੱਲਾ ਹਾਫਿਜ਼।